ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਪਿਚਲਵਾਨ। ਮੇਰੇ ਨਾਲ ਡਾਕਟਰ ਸਜ਼ੀਨਾ ਖਾਨ ਇੱਥੇ ਮੌਜੂਦ ਨੇ। ਚੰਡੀਗੜ੍ਹ ਦੇ ਰਹਿਣ ਵਾਲੇ ਨੇ। ਇਹਨਾਂ ਦੀ ਬਹੁਤ ਸਾਰੀ ਉਪਲਬਧੀਆਂ ਨੇ। ਮੈਂ ਕੀ ਦੱਸਾਂ, ਮਤਲਬ देयर आर सो मैनी थिंग्स अराउंड इट कि ਮੈਨੂੰ ਲੱਗਦਾ कि जिन्नी मैं ਇਹਨਾਂ ਦੀ ਪ੍ਰਸ਼ੰਸਾ ਕਰਾਂਗੀ हमने आते ही एंटी गैंगस्टर टास्क फोर्स बनाई। मैं अपनी फोर्स को बधाई देता हूं कि उन्होंने अपनी जान जोखिम में डालकर पता नहीं कितने घरों के चूल्हों की आग जो बुझने वाली थी उसको बचा लिया। मैं 2.25 करोड़ लोगों की सुरक्षा की गारंटी लेता हूं। मेरा काम है, क्योंकि मुझे इतना प्यार दिया, आपने इतना प्यार दिया, अब जिम्मेदारी मेरी है। आपने अपना फर्ज निभा दिया, अब फर्ज निभाने की बारी मेरी है। ਪੰਜਾਬ 'ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ। ਪੰਜਾਬ 'ਚ ਹੋ ਰਿਹਾ ਅਪਰਾਧ ਦਾ ਸਫਾਇਆ। ਇਤਨੀ ਘੱਟ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਚੰਡੀਗੜ੍ਹ ਦੇ ਐਮਸੀਐਮ ਕਾਲਜ ਦੇ ਵਿਚਕਾਰ 4 ਵਾਰ ਪ੍ਰਧਾਨ ਰਹੇ ਹੋ ਤੁਸੀਂ। ਅੱਛਾ, ਬੁੱਕ ਦੇ ਬਾਰੇ ਤਾਂ ਮੈਂ ਜ਼ਰੂਰ ਗੱਲ ਕਰਾਂਗੀ, ਲੇਕਿਨ ਅੱਜ ਦੇ ਦੌਰ ਦੇ ਇਲੈਕਸ਼ਨ ਤੇ ਉਸ ਦੌਰ ਦੇ ਇਲੈਕਸ਼ਨਸ ਦੇ ਵਿਚਕਾਰ ਕਿੰਨਾ ਕੁ ਡਿਫਰੈਂਸ? ਬਹੁਤ ਫਰਕ ਆ ਗਿਆ। ਮਤਲਬ ਤੁਸੀਂ ਮੈਨੂੰ ਚੰਡੀਗੜ੍ਹ 'ਚ ਵਾਪਸ ਲੈ ਆਇਓ। ਮੋਰ ਦੈਨ ਦ ਬੁੱਕ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਦੈਟ। ਆਈ ਸਟਾਰਟਡ ਐਜ਼ ਅ ਵੈਰੀ ਫਰੈਸ਼ ਗ੍ਰੈਜੂਏਟ 2005 'ਚ। MCM ਦੀ ਫਰਸਟ ਈਅਰ I was just how old? 17 year old. I became the joint secretary. Second year 'ਚ ਮੈਂ ਬਣੀ VP. Third year 'ਚ president. 2008 ਤਦ ਹੁੰਦਾ ਸੀ ਦਲਬੀਰ ਸਿੰਘ ਗੋਲਡੀ PU ਦਾ president, ਠੀਕ ਹੈ, ਅਸੀਂ ਸਾਰੇ ਉਹਨੂੰ ਜਾਣਦੇ ਨੇ। ਬਟ ਉਸ ਟਾਈਮ 'ਚ ਤੇ ਹਲੇ ਬਹੁਤ ਫਰਕ ਆ ਗਿਆ ਹੈ। ਉਸ ਟਾਈਮ 'ਚ ਨਾ ਅਸੀਂ ਮਤਲਬ ਸਾਡਾ ਗੋਲ ਹੁੰਦਾ ਸੀ ਸਟੂਡੈਂਟ ਦੀ ਵੈਲਫੇਅਰ ਕਰਨਾ। The main motive of our election was not our personal propaganda. We were not looking for any personal motive, but we were actually looking for the welfare of the students. I was the first one who got mobiles in MCM DAV college. ਉਹ strike ਬਹੁਤ famous ਰਹੀ ਹੈ, national level ਤੱਕ ਗਈ। ਲੇਕਿਨ ਉਸ ਵੇਲੇ ਨਾ ਹੁੰਦਾ ਸੀ ਕਿ ਕੀ ਚਾਹੀਦਾ ਹੈ, ਕੀ ਡਿਮਾਂਡਸ ਹੈ, ਕੀ ਲੋਕਲ। ਐਟ ਦ ਸੇਮ ਟਾਈਮ we also ensured the quality of education is not compromised. Hale, it has become more of a propaganda ki matlab how can you exploit the students? It's not that. It shouldn't be that ways. We should actually look at what is for the betterment. So that's more important, and we should also look at ki jehdi student hai na, jehdi youth hai, ਉਹਦੇ 'ਚ ਬਹੁਤ power ਹੈਗੀ। How can you channelize that source of energy? Because that is really important, and we are somehow missing that. Nowadays, I don't see that, because till now when you see Goldie speaking, you look at his content, and nowadays that's missing these days. ਅੱਛਾ, ਇਹ ਵੀ ਬਹੁਤ ਅਮੂਮਨ ਰਿਹਾ ਉਸ ਦੌਰ ਦੇ ਵਿਚਕਾਰ। ਜਿੰਨੇ ਵੀ ਪ੍ਰਧਾਨ ਰਹੇ ਉਹ ਅੱਜ ਦੇ ਦੌਰ ਦੇ ਵਿਚਕਾਰ ਬੜੇ ਨਾਮੀ ਗੈਂਗਸਟਰ ਬਣ ਗਏ ਨੇ। ਬੜਾ ਹੀ ਸਮਝਣ ਵਾਲੀ ਲੋੜ ਹੈਗੀ, ਕਿਉਂਕਿ ਤੁਸੀਂ ਇੱਕ ਲੇਖਕ ਹੋ, ਕਵੀ ਹੋ, ਤੁਹਾਨੂੰ ਮਤਲਬ ਜ਼ਿਆਦਾ ਪਤਾ ਹੋਏਗਾ। ਅਜਿਹਾ ਕੀ ਸਰਕਮਸਟੈਂਸਿਸ ਰਹੇ ਉਹਨਾਂ ਟਾਈਮ ਦੇ ਵਿਚਕਾਰ ਤੁਹਾਨੂੰ ਲੱਗਦਾ ਹੈ ਕਿ ਇੱਕ ਬੰਦਾ ਜਿਵੇਂ ਤੁਸੀਂ ਅੱਜ ਲੇਖਕ ਹੋ, ਉਹ ਵੀ ਕਿਸੇ ਬਿਹਤਰ ਉਸ ਦੇ ਵਿਚਕਾਰ ਹੋ ਸਕਦੇ ਸੀਗੇ, ਉਹ ਗਲਤ ਰਾਹ ਦੇ ਵਿਚਕਾਰ ਚਲੇ ਗਏ? ਕੀ ਸਿਆਸਤ ਜੇ ਹੈ ਇਹ ਕੰਮ ਕਰਵਾ ਦਿੰਦੀ ਹੈ ਯੁਵਾਵਾਂ ਨੂੰ, ਜੇ ਹੈ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਦਿੰਦੀ ਹੈ? ਪਤਾ, ਮੈਂ ਨਾ ਇਸ ਚੀਜ਼ ਤੇ ਉਹ ਕਹੂੰਗੀ ਕਿ ਤੁਸੀਂ ਸਹੀ ਕਹਿ ਰਹੇ ਹੋ। ਰੈਵੋਲਿਊਸ਼ਨ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਰੈਵੋਲਿਊਸ਼ਨ ਕਿਵੇਂ ਆਉਂਦੀ ਹੈ? ਅਸੀਂ ਵੀ ਰਿਫਲੈਕਟ ਔਨ ਥਿੰਗਸ। ਚਾਹੇ ਮੈਂ ਤਾਂ ਕੁਛ ਹੀ ਲੋਕਾਂ ਨੂੰ ਦਾ ਐਗਜ਼ਾਮਪਲ ਦਿੱਤਾ ਤੁਹਾਨੂੰ, ਕਿਵੇਂ ਗੋਲਡੀ ਹੋ ਗਿਆ, ਕੋਈ ਹੋਰ ਹੋ ਗਿਆ। ਬਟ ਜਿਹੜੇ ਵੀ ਲੀਡਰਸ ਹੁੰਦੇ ਨੇ ਨਾ, ਦ ਫਸਟ ਥਿੰਗ ਇਜ਼ ਵੀ ਸ਼ੁੱਡ ਐਕਚੁਅਲੀ ਰਿਫਲੈਕਟ ਔਨ ਇਟ। ਅਸੀਂ ਰਿਫਲੈਕਟ ਕਰਦੇ ਹੁੰਦੇ ਸੀ। ਜਿਹੜੇ ਦੂਜੇ ਬੰਦੇ ਮੇ ਬੀ ਦੇ ਟੁਕ ਦ ਰੋਂਗ ਪਾਥ। ਆਈ ਡੋਂਟ ਵਾਂਟ ਟੂ ਕਮੈਂਟ, ਲਾਈਕ I would like to comment on that ਕਿ ਤੁਸੀਂ wrong path ਲਿੱਤਾ, but you should also look at that, why did they take that? Because for me, I took reflection. ਮੈਂ ਜਾ ਕੇ ਕਿਸੇ ਨਾਲ ਲੜਾਈ ਨਹੀਂ ਕੀਤੀ, but ਮੈਂ ਉਹਨੂੰ ਬੁੱਕ ਦੀ ਸ਼ੇਪ ਦਿੱਤੀ।
those people actually needed a medium of expression. So their medium of expression, instead of educating people what's wrong, they took the wrong path. So I would not completely ਅੱਜ ਤੁਸੀਂ ਗੱਲ ਕਹੀ ਹੈ ਨਾ ਲੋਕਾਂ ਨੂੰ ਚੈਨਲਾਈਜ਼ ਕਰਨਾ ਸੀ, ਯੁਵਾਵਾਂ ਨੌਜਵਾਨਾਂ ਨੂੰ ਚੈਨਲਾਈਜ਼ ਕਰਨਾ ਸੀ, એનર્ਜੀ ਜੇ ਆਪਣੀ ਆਪਣੇ ਐਕਸਪ੍ਰੈਸ਼ਨ ਜੇ ਦੇਣੇ ਸੀ, ਉਹ ਗਲਤ ਥਾਂ ਤੇ ਚੱਲ ਗਏ। ਹੁਣ ਐਕਸਪ੍ਰੈਸ਼ਨ ਦੇਣ ਦਾ ਜੇ ਜ਼ਰੀਆ ਉਹ ਬਿਲਕੁਲ ਗਲਤ ਹੋ ਗਿਆ। ਅੱਛਾ, ਇਹ ਵੀ ਹੈ ਉਸ ਦੌਰ ਦੇ ਵਿਚਕਾਰ ਜੋ ਬੱਚੇ ਰਹੇ ਨੇ ਤੇ ਅੱਜ ਦੇ ਦੌਰ ਦੇ ਵਿਚਕਾਰ ਦੇ ਬੱਚਿਆਂ ਦੇ ਵਿਚਕਾਰ ਬਹੁਤ ਡਿਫਰੈਂਸ ਹੈ। ਟੀਵੀ ਹੁੰਦਾ ਸੀਗਾ, ਮੋਬਾਈਲ ਬਹੁਤ ਲੇਟ ਆਇਆ, ਲੇਕਿਨ ਹੁਣ ਜੇ ਸੋਸ਼ਲ ਲਾਈਫ ਬੱਚਿਆਂ ਦੀ ਚੱਲ ਰਹੀ ਹੈ, ਬੱਚੇ ਜ਼ਿਆਦਾਤਰ ਪਾਰਟੀਜ਼ ਵਗੈਰਾ ਹੋ ਗਏ ਜਾਂ ਫਿਰ ਫੂਡ ਹੈਬਿਟਸ ਜੇ ਹੈ ਉਹ ਬਹੁਤ ਜ਼ਿਆਦਾ ਬਦਲ ਗਈਆਂ। ਉਸ ਵੇਲੇ ਘਰ ਦੇ ਵਿਚਕਾਰ ਖਾਣਾ ਬੰਦਾ ਟਿਫਿਨ ਜਾਂਦਾ ਸੀਗਾ, ਅੱਜ ਵੀ ਟਿਫਿਨ ਜਾਂਦਾ, ਪਰ ਮੈਡਮਾਂ ਅੱਜ ਵੀ ਟਿਫਿਨ ਦੇ ਵਿਚਕਾਰ ਸਵਾਲ ਚੱਕ ਦਿੰਦੀਆਂ ਕਿ ਨਹੀਂ ਤੁਸੀਂ ਇਹ ਵੈਰਾਈਟੀ ਭੇਜਿਆ ਕਰੋ, ਇਹ ਭੇਜਿਆ ਕਰੋ। ਤਾਂ ਕੀ ਲੱਗਦਾ ਕਿ ਹੁਣ ਦੇ ਬੱਚੇ ਅੱਜ ਕੀ ਮਿਸ ਕਰ ਰਹੇ ਨੇ ਜੇ ਉਸ ਟਾਈਮ ਦੇ ਵਿਚਕਾਰ ਹੋਣਾ ਸੀ, ਔਰ ਜਾਂ ਫਿਰ ਅੱਜ ਦੀ ਮਾਵਾਂ ਨੂੰ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਹੈ? ਪਰ ਸਭ ਤੋਂ ਵੱਡੀ ਗੱਲ ਹੈ ਕਨੈਕਸ਼ਨ। ਉਸ ਵੇਲੇ ਤੁਸੀਂ ਹੋਵੇ, ਮੈਂ ਹੂੰ, ਕੋਈ ਵੀ ਹੋਵੇ ਨਾ, ਡਰ ਲੱਗਦਾ ਸੀ 7 ਵਜ ਗਏ, ਘਰ ਨਹੀਂ ਪਹੁੰਚੇ, ਛਿੱਤਰ ਪੈਣਗੇ। ਹੁਣ ਦਾ ਟਾਈਮ, ਹੁਣ ਦਾ ਵੇਲਾ ਡਿਫਰੈਂਟ ਹੈ। ਮਮ, ਆਈ ਐਮ ਗੋਇੰਗ ਆਊਟ ਫॉर ਲੇਟ ਨਾਈਟ ਪਾਰਟੀਜ਼। Okay, you have to go out, you attend to your friends, but there is some time that you need to spend with the time with the family. So वो जो एक family bond होता है वो बहुत important था, and शायद people who were born in 80s, 70s, 80s, 90s, they relish that. Till now, when you come back here, you still want to go to Nukkad Dhaba, you still want to go to those things जो authentic हैं। तो वो जो authenticity यहाँ fakeness से वो हो गई है ना, it's related to the real world। दुनिया आज दी डेट च ना मतलब आ नहीं है कि ओ इट्स माई मॉम एंड आई शुड डू दिस, बट इट्स लाइक ओ एम आई फेमस और नॉट, विल पीपल लाफ एट मी इफ़ आई हैंग आउट विद माई मॉम। तो आज की डेट की जो आज की जनरेशन जो है ना वो ज़्यादा इंस्पायर हो रही है बिकॉज ऑफ द रियल वर्ल्ड च की दसदा ते की दस मतलब वॉट दे वॉन्ट टू शो द अदर्स। तो उस दिखाने के चक्कर में दे हैव लॉस्ट द असेंस। तो ਉਹ ਆਈ ਵਿਲ ਈਟ, ਘਰ ਦੀ ਰੋਟੀ ਦੇ ਰਹੇ ਹੋ ਤੁਸੀਂ, ਮੈਂ 에ਅਰਪੋਰਟ ਜਾਊਂਗੀ, ਲੋਕੀ ਮੇਰਾ ਮਜ਼ਾਕ ਉਡਾਉਣਗੇ, ਮਖੌਲ ਬਣਾਉਣਗੇ, ਯੂ ਨੋ ਦਿਸ ਇਜ਼ ਦ ਫਰੇਜ਼। ਬਟ ਆਈ ਡੋਂਟ ਹੈਵ ਮਾਈ ਪੇਰੈਂਟਸ ਨਾਓ, ਆਈ ਸਟਿਲ ਮਿਸ ਦੈਟ ਪਰੌਂਠੀ ਦਾ ਡੱਬਾ ਜਿਹੜਾ ਤੁਸੀਂ 에ਅਰਪੋਰਟ ਜਾ ਕੇ ਖੋਲਦੇ ਸੀ। ਸੋ ਦੈਟ ਅਸੈਂਸ ਜਿਹੜੀ ਘਰ ਦੀ ਪਿੰਨੀ ਹੁੰਦੀ ਸੀ ਉਹ ਕਿਤੇ ਨਹੀਂ ਮਿਲ ਸਕਦੀ। ਪੀਪਲ ਸ਼ੁੱਡ ਐਕਚੁਅਲੀ ਰਿਅਲਾਈਜ਼ ਕਿ ਮਾਪੇ ਜਿਹੜੀ ਹੈਗੇ, ਜਿਹੜੀ ਫੈਮਿਲੀ ਦਾ ਟਾਈਮ ਹੈ ਉਹ ਬਹੁਤ ਇੰਪੋਰਟੈਂਟ ਹੈ, ਐਂਡ ਸਪੈਸ਼ਲੀ ਮਦਰਸ ਹੈਵ ਅ ਵੈਰੀ ਇੰਪੋਰਟੈਂਟ ਰੋਲ ਟੂ ਪਲੇ। ਨਾਓ ਡੇਜ਼ ਇਨ ਆਰ ਟਾਈਮਸ ਵੀ ਨੈਵਰ ਹੈਡ ਦੋਜ਼ ਕਿਟੀ ਪਾਰਟੀਜ਼, ਬਟ ਨਾਓ ਡੇਜ਼ ਮॉम, okay, you want to know, you want to have your me time as a mom, that's perfectly fine. I'm a working mom, I have that, but at the same time prioritize your kids, prioritize your family, because our first inspiration चाहे आपकी हो, चाहे मेरी हो, चाहे इनकी हो, किसी की भी हो, माँ होती है। तो एक माँ का बहुत बहुत बड़ा रोल है बच्चों को सुधारने या बिगाड़ने में। तो आप जिस तरह से उनकी ईटिंग हैबिट्स बनाते हैं, डू यू एक्चुअली मेक एन अटेम्प्ट, या आप इजी पैनकेक उनको बना के दे देते हो, या यू एक्चुअली मेक नहीं मैं फ्रेश आटा गूंद के रोटी बनाऊंगी। Then it goes back to the mother, what the child wants to eat or not. Because till now, I live in Dubai where you get the fanciest of the fancy foods possible, but meri beti still comes back that no one can make a better butter chicken than my mom. So that's the sense that ਕੁਝ ਵੀ ਹੈਗੀ ਹੈ ਕਿ ਤੁਸੀਂ ਮਲਟੀਕਲਚਰ ਵੀ ਦੇਖਿਆ ਹੈਗਾ, ਇੰਡੀਆ ਤੋਂ ਬਾਹਰ ਵੀ ਰਹੇ, ਬੜੇ 4 ਮਾਸਟਰਸ ਡਿਗਰੀਆਂ ਨੇ ਨਾ ਕੋਲ, ਸਭ ਤੋਂ ਵੱਡੀ ਗੱਲ ਹੈਗੀ ਹੈ, ਤੇ ਮਾਸਟਰਸ ਗੱਲਾਂ ਵੀ ਕਰ ਰਹੇ ਨੇ। ਅੱਛਾ, ਇੰਨਾ ਸਭ ਕੁਝ ਪੜ੍ਹਿਆ, ਇੰਨਾ ਕੁਝ ਦੇਖਿਆ ਹੈਗਾ, ਕੀ ਲੱਗਦਾ ਕੀ ਘਾਟ ਹੈ ਅੱਜ ਦੇ ਸਮੇਂ ਦੇ ਵਿਚਕਾਰ, ਜੇ ਆਪਣਾ ਇੰਡੀਆ ਹੈਗਾ, ਭਾਰਤ ਇੱਕ ਵੱਖਰਾ ਦੇਸ਼ ਦੇ ਵਿਚਕਾਰ ਨਵੀਂ ਸ਼ਕਤੀ ਦੇ ਰੂਪ ਦੇ ਵਿਚਕਾਰ ਉਜਾਗਰ ਹੋ ਰਿਹਾ, ਕਿਵੇਂ ਵੇਖਦੇ ਹੋ, ਕਿਵੇਂ ਲੋਕਾਂ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਹੁਣ ਜੇ ਭਾਰਤ ਹੈ, ਬਾਕੀ ਥਾਵਾਂ 'ਤੇ ਰਿਸੈਸ਼ਨ ਆ ਰਿਹਾ ਹੈ ਬਹੁਤ ਛੇਤੀ, ਹੁਣ ਕੈਨੇਡਾ ਨੇ ਵੀ ਉਹ ਕਰਤਾ, ਕਿਵੇਂ ਇਸ ਚੀਜ਼ ਨੂੰ ਪੂਰਾ ਦੇਖਦੇ ਹੋ ਸਿਨੈਰੀਓ, ਤੇ ਕੀ ਲੋਕਾਂ ਨੂੰ ਕਹਿਣਾ ਚਾਹੋਗੇ? पता है भारत, व्हेन आई से इंडिया, मतलब लोग कि मैं बाहर रहेगी, इतने साल बाहर रहेगी, दे इवन आस्क मी, are you Lebanese, are you this, are you that, and you proudly need to feel proud of you being an Indian. So I firstly say no, I'm proud to be an Indian. So your Indianness should not go anywhere, because when you go abroad, ਤੁਸੀਂ ਕਦੀ ਨਹੀਂ ਵੇਖੋਗੇ 2 ਚਾਈਨੀਜ਼ ਇੰਗਲਿਸ਼ 'ਚ ਗੱਲ ਕਰ ਰਹੇ ਹੋਣਗੇ। ਦੇ ਪ੍ਰਮੋਟ देयर ओन culture. So as Indians we should be doing the same, that we should be promoting our own culture, and when you go abroad you realize it all the more, because over there everyone is promoting their own culture, so why should we not do it? So people who actually, because I have seen the dystopian world, I have seen the dichotomy not only in writing but in real life, कि मतलब how you feel nostalgic about your own past, but at the same time you representing your country. So when you do that, India has come a long way. Now when you look at the international forums, everywhere Indians are the leaders.
So you know, you feel proud of what India is doing and what youth is doing nowadays. ਮੈਨੂੰ ਲੱਗਦਾ ਅੱਜ ਦਾ ਦਿਨ ਬਹੁਤ ਵਧੀਆ ਹੈਗਾ, ਸ਼ੁੱਕਰਵਾਰ ਹੈ ਤਾਂ ਸ਼ੁੱਕਰ ਨੂੰ ਸ਼ੁੱਕਰਵਾਰ ਹੋ ਗਿਆ। ਤੇ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਸ ਕਿਤਾਬ ਦੇ ਰਾਹੀਂ ਅਸੀਂ ਮਿਲੇ ਸੀਗੇ ਉਹ ਸੀਗੀ ਵਾਉਂਡਸ ਐਂਡ ਵੰਡਰ। ਜ਼ਖਮਾਂ ਦੇ ਉੱਤੇ ਗੱਲ ਕੀਤੀ ਹੈ। ਜ਼ਖਮਾਂ ਦੇ ਉੱਤੇ ਅਮੂਮਨ ਜੇ ਲੋਕ ਨੇ ਹਮੇਸ਼ਾ ਨਮਕ ਛਿੜਕਣ ਦਾ ਕੰਮ ਕਰਦੇ ਨੇ। ਤੁਹਾਡੀ ਇਹ ਜਿਹੜੀ ਕਿਤਾਬ ਹੈਗੀ ਹੈ ਕਿੰਨੀ ਕਿ ਮਿਠਾਸ ਦੇਗੀ, ਕਿਤਨਾ ਜ਼ਖਮਾਂ ਨੂੰ ਆਪਾਂ ਕੀ ਦਵਾਈ ਲਾਵੇਗੀ। ਪਤਾ ਤਾਂ ਹੀ ਮੈਂ ਇਸ ਕਿਤਾਬ ਨੂੰ, ਤੁਸੀਂ ਸਹੀ ਬੜੀ ਚੰਗੀ ਗੱਲ ਕਹੀ ਕਿ ਜ਼ਖਮਾਂ ਤੇ ਲੋਕ ਨਮਕ ਜ਼ਰੂਰ ਛਿੜਕਦੇ ਨੇ, ਬਟ ਪਤਾ ਕੀ ਹੁੰਦਾ ਹੈ, ਨਮਕ ਉਹੀ ਛਿੜਕ ਸਕਦਾ ਜਦ ਤੁਸੀਂ ਕਿਸੇ ਨੂੰ ਛਿੜਕਣ ਦਿਓਗੇ। ਕਿਉਂਕਿ ਲਾਈਫ 'ਚ ਜ਼ਖਮ ਜ਼ਰੂਰ ਹੈਗੇ ਲੇਕਿਨ ਬੜੀ ਬਾਲੀ ਖੁਸ਼ੀ ਵੀ ਦਿੱਤੀ ਹੈ ਲਾਈਫ ਨੇ। ਤਾਂ ਹੀ ਮੈਂ ਵੂੰਡ ਜ਼ਰੂਰ ਲਿਖਿਆ ਲੇਕਿਨ ਉਹਦੇ ਨਾਲ ਵੰਡਰਸ ਵੀ ਲਿਖਿਆ ਹੈ। ਵੰਡਰਸ ਇਜ਼ ਐਕਚੁਅਲੀ ਦ ਹੀਲਿੰਗ ਪਾਵਰ। ਯੂ ਆਲ ਪਤਾ ਕੀ ਹੁੰਦਾ ਹੈ, ਅਸੀਂ ਰੱਬ ਨੂੰ ਯਾਦ ਜ਼ਰੂਰ ਕਰਦੇ ਨੇ ਬਟ ਕਦ ਕਰਦੇ ਨੇ, ਅਰਦਾਸ ਕਰਦੇ ਨੇ ਬਟ ਕਦ ਕਰਦੇ ਨੇ, ਵੈਨ ਵੀ ਆਰ ਇਨ ਪੇਨ। Do we ever go back to Rab when we are in our highs? Oh bhai, ਪਹਿਲੋਂ ਮੈਨੂੰ ਜਾ ਕੇ ਅਰਦਾਸ ਕਰਨ ਦਿਓ, this actually happened, this was my good day. So always reflect on the good things which are happening in your life so that ਜੇਕਰ struggles ਵੀ ਹੋਏ ਨਾ, that gives you the inner power. Because ਇੰਨਾ ਮਤਲਬ there are so many things which happen, ਮਤਲਬ ਇੰਨਾ disaster ਹੁੰਦਾ ਹੈ ਬਟ ਫਿਰ ਵੀ ਨਾ ਬਹੁਤ ਕੁਝ ਬਹੁਤ unexpected ਚੀਜ਼ਾਂ ਹੁੰਦੀਆਂ ਨੇ। मतलब you won't expect कि कहाँ से blessings आती हैं एंड किस तरह से आती हैं, लेकिन वो आपके ऊपर है कि आप उन चीज़ों को एक्नॉलेज करते हो या टेकन फॉर ग्रांटेड लेते हो क्योंकि ओ उन्हें मेरे लिए आ किया, it's okay, she was supposed to do it. So it's not that she was supposed to do it. We should actually realize that if someone is making that little effort, you should appreciate that, you should acknowledge that and be thankful for all the wonders that are there in your life. ਆਈ ਥਿੰਕ ਮੀ ਈਗੋ ਜੇ ਹੈ ਨਾ ਇਹ ਜ਼ਿਆਦਾ ਆ ਗਈ ਹੈ ਸਾਡੇ ਵਿਚਕਾਰ। ਤੇ ਸਭ ਤੋਂ ਵੱਡੀ ਗੱਲ ਹੈ ਲਾਈਫ ਕੋਚ ਵੀ ਨੇ। ਤੇ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੂੰਗੀ ਭਾਵੇਂ ਤੁਸੀਂ ਚੰਡੀਗੜ੍ਹ ਦੇ ਲੋਕਾਂ ਨਾਲ, ਦੇਸ਼ ਦੇ ਲੋਕਾਂ ਨਾਲ ਮਤਲਬ ਕੁਝ ਵੀ ਅਜਿਹਾ ਸ਼ੇਅਰ ਕਰੋ ਤਾਂ ਕਿ ਮਤਲਬ ਇਹ ਲੱਗੇ ਕਿ ਉੱਥੇ ਤੱਕ ਜੋ ਗੱਲ ਪਹੁੰਚੇ ਉਹਨਾਂ ਨੂੰ ਲੱਗੇ, ਸਮਝਣ ਲੱਗੇ। ਕਿਉਂਕਿ ਲਾਈਫ ਕੋਚ ਜੇ ਹੁੰਦਾ ਨਾ ਉਹ ਪੂਰੀ ਸਾਰੀ ਲੋਕਾਂ ਦੀ ਜ਼ਿੰਦਗੀ ਬਣਾ ਦਿੰਦਾ। ਕੀ ਪਤਾ ਇਹ ਰੀਲ, ਇਹ ਵੀਡੀਓ ਜਦ ਇੰਟਰਵਿਊ ਤੁਸੀਂ ਤੁਹਾਡਾ ਚੱਲੇਗਾ ਉਸ ਵੇਲੇ ਪਤਾ ਨਹੀਂ ਕਿੰਨੇ ਲੋਕ ਦੇਖ ਰਹੇ ਹੋਣਗੇ, ਉਹ ਤੁਹਾਡੇ ਨਾਲ ਜ਼ਰੂਰ ਜੁੜਨਗੇ। ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਕਹੂੰਗੀ ਕਿ ਲਾਈਫ 'ਚ ਬਹੁਤ ਕੁਝ ਹੁੰਦਾ ਹੈ, ਲਾਈਫ ਨੂੰ ਥੋੜ੍ਹਾ ਠਹਿਰ ਕੇ ਸਮਝੋ। ਲਾਈਫ ਜਿਹੜਾ ਕੁਝ ਵੀ ਲਾਈਫ 'ਚ ਹੁੰਦਾ that happens for a reason, so understand the reason and reflect on it. It's not that it's meant to happen to you, but there's a reason it has happened, and always reflect and introspect how can you move forward to it, what can be the way out. Instead of nagging about the problems that you face in life, be the problem solver yourself. You will only get resources from other sources when you become a resource yourself, when you have that zeal. So you know, before looking for inspirations outside, try to find that inspiration in you. Look at the best part of you and remember that in your lowest, whenever you are in the deepest shit, remember that what was your highest point, what was your brightest day. Believe me, take a break and you will rejuvenate, you will feel fresh and you'll be able to move forward. ਤੁਸੀਂ ਅੰਗਰੇਜ਼ੀ 'ਚ ਜੋ ਪੂਰਾ ਭਾਸ਼ਣ ਦਿੱਤਾ ਹੈਗਾ ਮੈਨੂੰ ਤਾਂ ਸਮਝ ਆ ਗਿਆ। ਤਾਂ ਬਹੁਤ ਸਾਰੇ ਆਪਣੇ ਪਿੰਡਾਂ ਦੇ ਲੋਕ ਵੀ ਜੁੜਦੇ ਨੇ, ਉਹ ਵੀ ਦੇਖਦੇ ਨੇ। ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪਤਾ ਲਾਈਫ ਜਿਹੜਾ ਕੁਝ ਵੀ ਜਿਹੜੀ ਕੁਝ ਵੀ ਜ਼ਿੰਦਗੀ 'ਚ ਹੁੰਦਾ ਹੈ ਨਾ, ਬਹੁਤ ਉਹਦਾ ਹਰ ਚੀਜ਼ ਦਾ ਇੱਕ ਰੀਜ਼ਨ ਹੁੰਦਾ, ਇੱਕ ਵਜ੍ਹਾ ਹੁੰਦੀ ਹੈ। ਉਸ ਵਜ੍ਹਾ ਨੂੰ ਸਮਝੋ, ਉਸ ਵਜ੍ਹਾ ਨੂੰ ਪਰਖੋ ਤੇ ਫਿਰ ਅੱਗੇ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ। ਮਤਲਬ ਜੇਕਰ ਕੁਝ ਚੰਗਾ ਹੋਇਆ, ਉਸ ਚੰਗੇ ਲਮਹੇ ਨੂੰ ਸੋਚੋ ਕਿ ਕੀ ਕੁਝ ਹੋਇਆ, ਉਸ ਚੰਗੇ ਲਮਹੇ ਨੂੰ ਇੰਜੋਏ ਕਰੋ, ਖੁਸ਼ ਰਹੋ। ਜੇਕਰ ਤੁਸੀਂ ਖੁਸ਼ ਰਹੋਗੇ ਤੁਸੀਂ ਸਾਰੇ ਆਲੇ ਦੁਆਲੇ ਦੇ ਬੰਦੇ ਨੂੰ ਖੁਸ਼ ਰੱਖੋਗੇ। ਜੇਕਰ ਤੁਸੀਂ ਖੁਸ਼ ਹੋ ਤੁਸੀਂ ਦੂਜੇ ਨੂੰ ਖੁਸ਼ ਰੱਖੋਗੇ। ਬਟ ਉਹੀ ਹੈ ਜਿਹੜਾ ਤੁਸੀਂ ਆਪ ਦੇ ਵਿੱਚ ਮਹਿਸੂਸ ਕਰਦੇ ਹੋ ਉਹੀ ਤੁਸੀਂ ਦੂਜੇ ਨੂੰ ਪਾਸ ਔਨ ਕਰਦੇ ਹੋ, ਦੂਜੇ ਨੂੰ ਦਿੰਦੇ ਹੋ। ਸੋ ਦੈਟਸ ਦੀ ਗੱਲ ਕਹੀਏ ਕਿ ਤੁਸੀਂ ਅਗਰ ਪੋਜ਼ਿਟਿਵ ਰਹੋਗੇ ਤਾਂ ਤੁਸੀਂ ਦੂਜੇ ਲੋਕਾਂ ਨੂੰ ਵੀ ਪੋਜ਼ਿਟਿਵ ਕਰੋਗੇ, ਖੁਸ਼ ਰਹੋਗੇ ਤੇ ਦੂਜੇ ਲੋਕਾਂ ਨੂੰ ਵੀ ਖੁਸ਼ ਕਰੋਗੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਕਹਿੰਦੇ ਸਨਮਾਨ ਦੇਣਾ ਤੇ ਫਿਰ ਸਨਮਾਨ ਲੈਣਾ ਪਹਿਲੀ ਗੱਲ ਆ ਜਾਂਦੀ ਹੈ। ਦੂਜੀ ਗੱਲ ਇਹ ਹੈ ਕਿ ਮੈਡਮ ਨੇ ਜੋ ਗੱਲਾਂ ਕਹੀਆਂ ਨੇ ਇਹ ਗੱਲਾਂ ਬਹੁਤ ਹੀ ਮਹੱਤਵਪੂਰਨ ਨੇ ਜ਼ਿੰਦਗੀ ਦੇ ਵਿਚਕਾਰ। ਅਗਰ ਤੁਸੀਂ ਚਾਹੁੰਦੇ ਹੋ ਜ਼ਿੰਦਗੀ 'ਚ ਅੱਗੇ ਵਧਣਾ ਹੈ ਤਾਂ ਮੂਵ ਔਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਕਈ ਵਾਰ ਇੱਕ ਚੀਜ਼ ਨੂੰ, ਇੱਕ ਮਸਲੇ ਨੂੰ, ਇੱਕ ਪ੍ਰੋਬਲਮ ਨੂੰ ਫੜ ਕੇ ਬਹਿ ਜਾਂਦੇ, ਰੋਂਦੇ ਰਹਿੰਦੇ ਨੇ ਕਿ ਇਹ ਚੀਜ਼ ਹੋਈ ਹੈ, ਰਿਪੀਟ ਕਰਦੇ ਰਹਿੰਦੇ। ਲੇਕਿਨ ਮੂਵ ਔਨ कदों करना है जरूर सीखो। कैमरामैन गणेश के नाल नीरू बिजलवान, दैनिक सवेरा टीवी। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।